ਕੈਨੇਡਾ 'ਚ ਬਹੁਤ ਪੈਸਾ ਕਮਾ ਲਈਦਾ ਆ, ਬਹੁਤ ਸ਼ੌਹਰਤ ਆ, ਪੜ੍ਹਾਈਆਂ ਪੂਰੀਆਂ ਹੋ ਜਾਂਦੀਆਂ ਹੈ ਨਾ, ਮਹਿੰਗੀਆਂ ਗੱਡੀਆਂ ਲਈਆਂ ਜਾਂਦੀਆਂ ਆ, ਸਾਰਾ ਕੁਝ ਹੋ ਜਾਂਦਾ ਆ। ਮੈਂ ਵੀ ਇਹੀ ਸੋਚ ਕੇ ਗਈ ਸੀ ਵੀ ਵਧੀਆ ਪੈਸਾ ਕਮਾਉਂਗੀ, ਆਪਣੀ ਪੜ੍ਹਾਈ ਵੀ ਕੰਪਲੀਟ ਕਰੂੰਗੀ, ਸਹੁਰਿਆਂ ਦਾ ਵੀ। ਮੈਂ ਹੁਣ ਕਰੂੰਗੀ ਕੀ ਵੀ ਮੈਂ ਕਿਤੇ ਇੱਥੇ ਆ ਕੇ ਗਲਤੀ ਤਾਂ ਨਹੀਂ ਕਰ ਦਿੱਤੀ। ਨਾ ਮੈਨੂੰ ਕੋਈ ਸਾਥ ਦੇਣ ਵਾਲਾ ਮਿਲਿਆ, ਜਿਨ੍ਹਾਂ ਨੂੰ ਆਪਣਾ ਮੈਂ ਕਹਿੰਦੀ ਸੀ ਉਹ ਵੀ, ਪਰ ਲੋਕਾਂ ਨੇ ਗੱਲਾਂ ਕੀਤੀਆਂ ਵੀ ਇਹ ਕੁੜੀ ਪਤਾ ਨਹੀਂ ਕੀ ਕਰਦੀ ਆ ਇਦਾਂ ਦਾ, ਜਿਹੜਾ ਇਹਨਾਂ ਦੀ ਨੂੰਹ ਵਾਪਸ ਆ ਗਈ, 22 ਲੱਖ ਰੁਪਈਆ ਵੀ ਲੱਗਿਆ ਆ, ਪੈਸਾ ਵੀ ਵੇਸਟ ਹੋਊਗਾ, ਅਸੀਂ ਰੋਲ ਜਾਾਂਗੇ। ਹਸਬੈਂਡ ਨੂੰ ਵੀ ਕਹਿਣ ਲੱਗ ਗਏ ਤੈਨੂੰ ਇਹਨੇ ਬਰਬਾਦ ਕਰ ਦਿੱਤਾ, ਤੇਰੇ ਘਰਦਿਆਂ ਨੂੰ ਇਹਨੇ ਬਰਬਾਦ ਕਰ ਦਿੱਤਾ, 22 ਲੱਖ ਵੇਸਟ ਕਰ ਦਿੱਤਾ, ਇਹ ਤਾਂ ਬਿਮਾਰੀਆਂ ਦਾ ਘਰ ਬਣ ਗਈ। ਜਿਹੜੀਆਂ ਮੇਰੇ ਵਰਗੀਆਂ ਕੁੜੀਆਂ ਆ ਉੱਥੇ ਜਾਂਦੀਆਂ ਆ, ਉਹਨਾਂ ਦੇ ਨਾਲ ਵੀ ਇਹ ਚੀਜ਼ਾਂ। ਜਦੋਂ ਤੁਸੀਂ ਛੋਟੇ ਹੁੰਦੇ ਤੋਂ ਹੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਮੁਸ਼ਕਿਲਾਂ ਦੇਖੀਆਂ ਹੋਣ ਤੇ ਨਾ ਹੀ ਕਿਸੇ ਦਾ ਸਾਥ ਮਿਲਿਆ ਹੋਵੇ ਤਾਂ ਤੁਹਾਨੂੰ ਕਿਵੇਂ ਦਾ ਲੱਗੂਗਾ। ਸਤਿ ਸ਼੍ਰੀ ਅਕਾਲ ਜੀ, ਮੈਂ ਅਮਨਪ੍ਰੀਤ ਕੌਰ, ਮੈਂ ਮੋਹਾਲੀ ਸ਼ਹਿਰ ਦੀ ਰਹਿਣ ਵਾਲੀ ਹਾਂ। ਮੇਰੇ ਨਾਲ ਵੀ ਕੁਝ ਇਸ ਤਰ੍ਹਾਂ ਹੀ ਹੋਇਆ। ਬਚਪਨ ਤੋਂ ਹੀ ਲਾਈਫ ਪ੍ਰੋਬਲਮਾਂ ਦੇ ਨਾਲ ਘਿਰੀ ਰਹੀ। ਛੋਟੀ ਜੀ ਸੀ, 8ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀ ਜਦੋਂ ਬ੍ਰਦਰ ਦੀ ਡੈਥ ਹੋ ਗਈ। ਬ੍ਰਦਰ ਦੀ ਡੈਥ ਤੋਂ ਬਾਅਦ ਮੰਮੀ ਪਾਪਾ ਰਹਿ ਗਏ। ਮੰਮੀ ਪਾਪਾ ਨੂੰ ਹਮੇਸ਼ਾ ਰੋਂਦੇ ਦੇਖ ਕੇ ਐਦਾਂ ਲੱਗਿਆ ਵੀ ਪਤਾ ਨਹੀਂ ਜ਼ਿੰਦਗੀ ਦਾ ਬਣਨਾ ਕੀ ਹੈ। ਆਖਿਰਕਾਰ ਗ੍ਰੈਜੂਏਸ਼ਨ 'ਚ ਪਹੁੰਚ ਗਈ। ਗ੍ਰੈਜੂਏਸ਼ਨ ਫਸਟ ਈਅਰ ਹਲੇ ਸਟਾਰਟ ਹੀ ਕੀਤੀ ਸੀ ਕਿ ਪਾਪਾ ਦੀ ਵੀ ਡੈਥ ਹੋ ਗਈ। ਜਦੋਂ ਪਾਪਾ ਦੀ ਡੈਥ ਹੋਈ ਤਾਂ ਜ਼ਿੰਦਗੀ ਐਦਾਂ ਲੱਗੀ ਵੀ ਹੁਣ ਤਾਂ ਸ਼ਾਇਦ ਖਤਮ ਹੀ ਹੋ ਜਾਣੀ ਹੈ। ਆਪ ਜੌਬ ਕੀਤੀ, 3 ਜੌਬਸ ਇੱਕ ਹੀ ਟਾਈਮ ਤੇ ਕੀਤੀਆਂ। ਮੰਮੀ ਵੀ ਬਿਮਾਰ ਰਹਿੰਦੇ ਸੀ, ਉਹਨਾਂ ਦੀ ਦਵਾਈਆਂ ਦਾ ਵੀ ਖਰਚਾ ਸੀ, ਮੇਰੇ ਤੇ ਆਪਣੀ ਪੜ੍ਹਾਈ ਦਾ ਵੀ ਬਹੁਤ ਪ੍ਰੈਸ਼ਰ ਸੀ ਤੇ ਘਰ ਵੀ ਚਲਾਉਣਾ ਸੀ। ਪਰ ਲੋਕਾਂ ਨੇ ਗੱਲਾਂ ਕੀਤੀਆਂ ਵੀ ਇਹ ਕੁੜੀ ਪਤਾ ਨਹੀਂ ਕੀ ਕਰਦੀ ਆ ਇਦਾਂ ਦਾ, ਜਿਹੜਾ ਇਹ ਘਰ ਵੀ ਚਲਾਈ ਜਾਂਦੀ ਆ, ਪੜ੍ਹਾਈ ਵੀ ਕੰਪਲੀਟ ਕਰਦੀ ਪਈ ਹੈ ਤੇ ਆਪਣੀ ਮੰਮੀ ਨੂੰ ਵੀ ਸਾਂਭੀ ਜਾਂਦੀ ਆ। ਲੋਕਾਂ ਦੀਆਂ ਗੱਲਾਂ ਨਾਲ ਇੱਕ ਵਾਰੀ ਤਾਂ ਦਿਲ ਟੁੱਟਦਾ ਹੀ ਆ। ਮੈਂ ਵੀ ਇੱਕ ਵਾਰੀ ਹਿੰਮਤ ਹਾਰੀ, ਪਰ ਉਸ ਟਾਈਮ ਮੰਮੀ ਦਾ ਸਾਥ ਸੀ। ਮੰਮੀ ਦੇ ਸਾਥ ਨੇ ਫਿਰ ਅੱਗੇ ਵਧਣਾ ਸਿਖਾਇਆ। ਸਾਰੀਆਂ ਗੱਲਾਂ ਨੂੰ ਪਿੱਛੇ ਛੱਡਦੀ ਅੱਗੇ ਵੱਧਦੀ ਹੀ ਗਈ। ਜਦੋਂ ਕੁਝ ਕਰਨ ਦਾ ਟਾਈਮ ਆਇਆ, ਪੋਸਟ ਗ੍ਰੈਜੂਏਸ਼ਨ ਵੀ ਕੰਪਲੀਟ ਕਰ ਲਈ, ਉਸ ਟਾਈਮ ਰੱਬ ਨੇ ਇੱਕ ਹੋਰ ਦੁੱਖ ਦੇਤਾ। ਉਸ ਟਾਈਮ ਤੇ ਮੰਮੀ ਦੀ ਵੀ ਡੈਥ ਹੋ ਗਈ। ਉਦੋਂ ਏਦਾਂ ਲੱਗਿਆ ਵੀ ਜ਼ਿੰਦਗੀ ਹੁਣ ਖਤਮ ਹੀ ਹੈ, ਕਿਉਂਕਿ ਜ਼ਿੰਦਗੀ 'ਚ ਕੋਈ ਮਕਸਦ ਹੀ ਨਹੀਂ ਰਹਿ ਗਿਆ ਸੀ। ਬ੍ਰਦਰ ਦੀ ਡੈਥ ਤੋਂ ਬਾਅਦ ਮੰਮੀ ਪਾਪਾ ਨੂੰ ਸਾਂਭਣਾ ਸੀ, ਮੰਮੀ ਪਾਪਾ ਦੇ ਲਈ ਜੀਂਦੀ ਸੀ। ਪਾਪਾ ਦੀ ਡੈਥ ਤੋਂ ਬਾਅਦ ਮੰਮੀ ਦੇ ਲਈ ਜੀਂਦੀ ਸੀ। ਪਰ ਮੰਮੀ ਦੀ ਡੈਥ ਤੋਂ ਬਾਅਦ ਏਦਾਂ ਲੱਗਿਆ ਕਿ ਜ਼ਿੰਦਗੀ ਸਿਰਫ ਖਤਮ ਹੀ ਕਰਨ ਦਾ ਮੌਕਾ ਰਹਿ ਗਿਆ। ਹੁਣ ਹੋਰ ਜ਼ਿੰਦਗੀ 'ਚ ਕੁਝ ਬਚਿਆ ਹੀ ਨਹੀਂ। ਕਿਹਦੇ ਲਈ ਜੀਣਾ ਆ, ਕਿਹਦੇ ਲਈ ਅੱਗੇ ਵਧਣਾ ਆ। ਮੇਰੇ ਨਾਲ ਹੀ ਇਹ ਕੁਝ ਹੋਣਾ ਸੀਗਾ, ਮੈਨੂੰ ਹੀ ਇਕੱਲੇ ਛੱਡਣਾ ਸੀਗਾ। ਮੈਨੂੰ ਏਦਾਂ ਫੀਲ ਹੁੰਦਾ ਸੀ ਵੀ ਰੱਬ ਹੈ ਹੀ ਨਹੀਂ, ਮੇਰੇ ਨਾਲ ਹੀ ਇਹ ਧੱਕਾ ਕਿਉਂ ਹੋਇਆ। ਪਰ ਫਿਰ 1 ਸਾਲ ਬਾਅਦ, ਮੰਮੀ ਦੇ 1 ਸਾਲ ਬਾਅਦ ਰੱਬ ਨੇ ਆਪਣੇ ਰੂਪ ਦੇ ਵਿੱਚ ਹਸਬੈਂਡ ਨੂੰ ਭੇਜਿਆ। ਹਸਬੈਂਡ ਨੇ ਮੰਮੀ ਪਾਪਾ ਭਰਾ ਸਾਰਿਆਂ ਦਾ ਪਿਆਰ ਦਿੱਤਾ, ਮੈਨੂੰ ਅੱਗੇ ਵਧਣ ਦੇ ਲਈ ਹਿੰਮਤ ਦਿੱਤੀ। ਜੋ ਸੁਪਨੇ ਕਿਤੇ ਬਚਪਨ ਦੇ ਵਿੱਚ ਰਹਿ ਗਏ ਸੀਗੇ, ਉਹ ਸੁਪਨੇ ਪੂਰੇ ਕਰਨ ਦਾ ਮੌਕਾ ਮਿਲਿਆ। ਜਦੋਂ ਛੋਟੀ ਹੁੰਦੀ ਸੀ ਤਾਂ ਪੜ੍ਹਨ ਦਾ ਸ਼ੌਂਕ ਸੀਗਾ ਤੇ ਡਾਕਟਰ ਬਣਨਾ ਚਾਹੁੰਦੀ ਸੀ, ਪਰ ਘਰ ਦੇ ਹਾਲਾਤਾਂ ਕਰਕੇ ਡਾਕਟਰ ਬਣ ਨਾ ਪਾਈ। ਪੜ੍ਹਾਈ ਤਾਂ ਜ਼ਰੂਰ ਕੀਤੀ, ਪਰ ਜੋ ਕਰਨਾ ਚਾਹੁੰਦੀ ਸੀ ਉਹ ਨਾ ਕਰ ਪਾਈ। ਹਸਬੈਂਡ ਨੇ ਸਾਥ ਦਿੱਤਾ। ਹਸਬੈਂਡ ਨੇ ਕਿਹਾ ਵੀ ਤੂੰ ਜੋ ਕਰਨਾ ਚਾਹੁੰਦੀ ਆ, ਮੈਂ ਤੇਰੇ ਨਾਲ ਆ, ਤੂੰ ਕਰ। ਮੈਂ ਇਹੀ ਸੋਚ ਕੇ ਕੈਨੇਡਾ ਜਾਣ ਦਾ ਫੈਸਲਾ ਕੀਤਾ। ਮੈਂ ਸੋਚਿਆ ਕਿ ਮੈਂ ਡਾਕਟਰ ਬਣਨਾ ਚਾਹੁੰਦੀ ਸੀ, ਚਲੋ ਹਾਰਟ ਸਪੈਸ਼ਲਿਸਟ ਤਾਂ ਨਾ ਬਣ ਪਾਈ, ਪਰ ਆਪਣੇ ਨਾਮ ਦੇ ਨਾਲ ਡਾਕਟਰ ਲਿਖਵਾ ਲਵਾਂ, ਹੋਰ ਅੱਗੇ ਵੱਧ ਜਾਵਾਂ ਤੇ ਹਸਬੈਂਡ ਦੇ ਨਾਲ ਕਿਉਂ ਨਾ ਫਿਊਚਰ ਨੂੰ ਸਿਕਿਉਰ ਕਰ ਲਾਂ। ਜਿੱਦਾਂ ਸਾਰੇ ਸੋਚ ਕੇ ਜਾਂਦੇ ਆ ਵੀ ਕੈਨੇਡਾ ਦੇ ਵਿੱਚ ਬਹੁਤ ਵਧੀਆ ਆ, ਹੈ ਨਾ, ਕੈਨੇਡਾ 'ਚ ਬਹੁਤ ਪੈਸਾ ਕਮਾ ਲਈਦਾ ਆ, ਬਹੁਤ ਸ਼ੌਹਰਤ ਆ, ਪੜ੍ਹਾਈਆਂ ਪੂਰੀਆਂ ਹੋ ਜਾਂਦੀਆਂ, ਹੈ ਨਾ, ਮਹਿੰਗੀਆਂ ਗੱਡੀਆਂ ਲਈਆਂ ਜਾਂਦੀਆਂ ਆ, ਸਾਰਾ ਕੁਝ ਹੋ ਜਾਂਦਾ ਆ। ਉਸ ਟਾਈਮ ਮੇਰੀ ਵੀ ਸੋਚ ਕੁਝ ਇੱਦਾਂ ਦੀ ਹੋਈ ਸੀ। ਮੈਂ ਵੀ ਇਹੀ ਸੋਚ ਕੇ ਗਈ ਸੀ ਵੀ ਵਧੀਆ ਪੈਸਾ ਕਮਾਉਂਗੀ, ਆਪਣੀ ਪੜ੍ਹਾਈ ਵੀ ਕੰਪਲੀਟ ਕਰੂੰਗੀ, ਸਹੁਰਿਆਂ ਦਾ ਵੀ ਮਾਣ ਵਧਾਉਂਗੀ ਤੇ ਹਸਬੈਂਡ ਦਾ ਵੀ ਮਾਣ ਵਧਾਉਂਗੀ। ਚਲੀ ਵੀ ਗਈ, ਇੱਥੋਂ ਸਾਰਾ ਕੁਝ ਸੈੱਟ ਕਰਕੇ ਗਈ। ਜਿਹੜੇ ਇੱਥੇ ਮੇਰੇ ਫੈਮਿਲੀ ਫਰੈਂਡ ਸੀਗੇ, ਉਹਨਾਂ ਦੇ ਨਾਲ ਗੱਲ ਹੋਈ ਜਦੋਂ ਮੇਰਾ ਵੀਜ਼ਾ ਆਇਆ ਤਾਂ ਉਹਨਾਂ ਨੇ ਮੈਨੂੰ ਇਹੀ ਦਿਲਾਸਾ ਦਿੱਤਾ ਵੀ ਤੂੰ ਸਾਡੀ ਧੀ ਆ, ਤੂੰ ਆ ਜਾ। ਜਦੋਂ ਤੱਕ ਤੇਰਾ ਹਸਬੈਂਡ ਇੱਥੇ ਨਹੀਂ ਆਉਂਦਾ ਉਦੋਂ ਤੱਕ ਅਸੀਂ ਤੇਰੇ ਲਈ ਬੈਠੇ ਹਾਂ, ਅਸੀਂ ਸਾਰਾ ਕੁਝ ਤੇਰਾ ਕਰਾਂਗੇ, ਤੈਨੂੰ ਕਿਤੇ ਵੀ ਰੈਂਟ ਤੇ ਜਾਣ ਦੀ ਲੋੜ ਨਹੀਂ ਹੈ, ਅਸੀਂ ਤੇਰੇ ਨਾਲ ਖੜੇ ਹਾਂ। ਮੈਂ ਉਹਨਾਂ ਨੂੰ ਫਿਰ ਵੀ ਇਹੀ ਗੱਲ ਕਹੀ ਵੀ ਮੈਂ ਬਾਹਰ ਵੀ ਤਾਂ ਰੈਂਟ ਦੇ ਕੇ ਰਹਿਣਾ ਹੀ ਆ, ਮੈਂ ਕਿਉਂ ਨਾ ਤੁਹਾਨੂੰ ਰੈਂਟ ਦੇ ਦੂੰਗੀ, ਮੇਰੇ ਲਈ ਇਹੀ ਬਹੁਤ ਵੱਡੀ ਗੱਲ ਆ ਵੀ ਤੁਸੀਂ ਮੈਨੂੰ ਆਪਣੇ ਘਰ ਦੇ ਵਿੱਚ ਰੱਖੋਗੇ। ਇਹ ਗੱਲਾਂ ਹੋ ਕੇ ਮੈਂ ਪਹੁੰਚ ਵੀ ਗਈ।
ਪਹੁੰਚੀ ਤਾਂ 10 ਕੁ ਦਿਨ ਬਹੁਤ ਵਧੀਆ ਨਿਕਲੇ। ਬੜਾ ਵਧੀਆ ਲੱਗਿਆ ਵੀ ਹੈ ਨਾ, ਵੀ ਮੈਨੂੰ ਸਾਥ ਦਿੰਦੇ ਪਏ ਆ। ਮੇਰੇ ਰਿਸ਼ਤੇਦਾਰ ਨਹੀਂ ਹੈ, ਭਾਵੇਂ ਫੈਮਿਲੀ ਫਰੈਂਡਸ ਹੀ ਆ, ਪਰ ਫਿਰ ਵੀ ਮੇਰਾ ਬਹੁਤ ਸਾਥ ਦਿੰਦੇ ਆ। ਪਰ 10 ਕੁ ਦਿਨਾਂ ਬਾਅਦ ਨਾ ਤਖਤਾ ਪਲਟਦਾ ਆ। 10 ਕੁ ਦਿਨਾਂ ਬਾਅਦ ਕੁਝ ਐਦਾਂ ਹੁੰਦਾ ਆ ਵੀ ਮੇਰੇ ਨਾਲ ਪੂਰਾ ਹੀ ਪੂਰਾ ਵਿਵਹਾਰ ਉਹਨਾਂ ਨੇ ਚੇਂਜ ਕਰ ਲਿਆ। ਵਿਵਹਾਰ ਚੇਂਜ ਐਦਾਂ ਹੋਇਆ ਵੀ ਨਾ ਮੈਨੂੰ ਰੋਟੀ ਬਣਾਉਣ ਦੇਣੀ, ਨਾ ਮੈਨੂੰ ਕੁਝ ਕਰਨ ਦੇਣਾ, ਨਾ ਮੈਨੂੰ ਕਿਤੇ ਜਾਣ ਦੇਣਾ। ਮੈਨੂੰ ਐਦਾਂ ਫੀਲ ਕਰਾਉਣਾ ਵੀ ਤੂੰ ਤਾਂ ਕੁਝ ਹੈ ਹੀ ਨਹੀਂ, ਤੂੰ ਤਾਂ ਆ ਕੇ ਗਲਤੀ ਕਰ ਦਿੱਤੀ। ਜਿਹੜੀਆਂ ਰੂਮਮੇਟਸ ਵੀ ਸੀ ਉੱਥੇ, ਉਹ ਵੀ ਕੁਝ ਬਹੁਤੀਆਂ ਚੰਗੀਆਂ ਨਹੀਂ ਸੀ। ਉਹਨਾਂ ਨੇ ਮੇਰੇ ਕੋਲ ਮੇਰੀਆਂ ਬਣੀ ਜਾਣਾ ਤੇ ਪਿੱਠ ਪਿੱਛੇ ਮੇਰੇ ਜਾ ਕੇ ਜਿਨ੍ਹਾਂ ਕੋਲ ਮੈਂ ਰਹਿੰਦੀ ਸੀ ਮੇਰੀਆਂ ਹੀ ਗੱਲਾਂ ਕਰੀ ਜਾਣੀਆਂ। ਮੈਨੂੰ ਉਸ ਟਾਈਮ ਤੇ ਜੌਬ ਵੀ ਨਾ ਮਿਲੀ, ਕਿਉਂਕਿ ਉੱਥੇ ਠੰਡ ਜਦੋਂ ਹੁੰਦੀ ਆ ਉੱਥੇ ਜੌਬ ਦੀ ਵੀ ਬਹੁਤ ਜ਼ਿਆਦਾ ਕਮੀ ਹੁੰਦੀ ਹੈ। ਮੈਂ ਬੜੇ ਧੱਕੇ ਖਾਧੇ, ਮੈਂ ਰੈਜ਼ੂਮੇ ਵੀ ਡਰੋਪ ਕੀਤੇ ਬੜੀ ਜਗ੍ਹਾ ਜਾ ਕੇ, ਇਨ ਪਰਸਨ ਵੀ ਗਈ, ਮੈਂ ਕਾਲਸ ਵੀ ਕੀਤੀਆਂ, ਪਰ ਮੈਨੂੰ ਜੌਬ ਨਾ ਮਿਲੀ। ਇੱਕ ਪਾਸੇ ਜੌਬ ਦਾ ਪ੍ਰੈਸ਼ਰ, ਇੱਕ ਪਾਸੇ ਘਰਦਿਆਂ ਦਾ ਟੌਰਚਰ, ਇੱਕ ਪਾਸੇ ਜਿੱਥੇ ਮੈਂ ਰਹਿੰਦੀ ਸੀ ਉਹ ਟੌਰਚਰ, ਤੇ ਇੱਕ ਪਾਸੇ ਇਹ ਵੀ ਟੌਰਚਰ ਵੀ ਪੜ੍ਹਾਈ ਵੀ ਔਖੀ ਆ, ਪੜ੍ਹਾਈ ਵੀ ਕਰਨੀ ਆ, ਵੀ ਮੈਂ ਕਰਾਂ ਤਾਂ ਕਰਾਂ ਕੀ। ਹੌਲੀ ਹੌਲੀ ਇਹੀ ਸੋਚਾਂ ਸੋਚਦੀ ਰਹੀ ਵੀ ਮੈਂ ਹੁਣ ਕਰੂੰਗੀ ਕੀ, ਵੀ ਮੈਂ ਕਿਤੇ ਇੱਥੇ ਆ ਕੇ ਗਲਤੀ ਤਾਂ ਨਹੀਂ ਕਰ ਦਿੱਤੀ। ਨਾ ਮੈਨੂੰ ਕੋਈ ਸਾਥ ਦੇਣ ਵਾਲਾ ਮਿਲਿਆ, ਜਿਨ੍ਹਾਂ ਨੂੰ ਆਪਣਾ ਮੈਂ ਕਹਿੰਦੀ ਸੀ ਉਹ ਵੀ ਮੇਰੇ ਤੋਂ ਪਿੱਛੇ ਹੁੰਦੇ ਗਏ। ਇਹੀ ਸੋਚਾਂ ਸੋਚਦੀ ਰਹੀ ਤੇ ਨਾਲ ਦੀ ਨਾਲ ਹੀ ਬਿਮਾਰੀ ਨੂੰ ਆਪਣੇ ਅੰਦਰ ਵਸਾ ਲਿਆ। ਸਟ੍ਰੈਸ ਦੀ ਸ਼ਿਕਾਰ ਹੋ ਗਈ, ਡਿਪਰੈਸ਼ਨ ਦੀ ਸ਼ਿਕਾਰ ਹੋ ਗਈ, ਨਾਲ ਹੀ ਨਾਲ PCOD ਹੋ ਗਈ, ਵਾਈਟਾਮਿਨਸ ਡ੍ਰੌਪ ਹੋ ਗਏ। ਪਰ ਗੱਲਾਂ, ਲੋਕਾਂ ਦੀਆਂ ਗੱਲਾਂ, ਜਿੱਦਾਂ ਜਿੱਦਾਂ ਮੇਰਾ ਸਟ੍ਰੈਸ ਵੱਧਦਾ ਗਿਆ ਲੋਕਾਂ ਦੀਆਂ ਗੱਲਾਂ ਵੀ ਉੱਦਾਂ ਹੀ ਵੱਧਦੀਆਂ ਗਈਆਂ। ਕਈ ਲੋਕ ਮੈਨੂੰ ਕਮਜ਼ੋਰ ਕਹਿਣ ਲੱਗੇ, ਕਈ ਲੋਕ ਮੈਨੂੰ ਕਹਿੰਦੇ ਇਹ ਤਾਂ ਕੁਛ ਕਰ ਨਹੀਂ ਸਕਦੀ, ਇਸ ਕਰਕੇ ਇਹ ਇੱਦਾਂ ਕਰਦੀ ਆ। ਸਾਰਾ ਕੁਛ ਦੇਖ ਕੇ ਬੜੀ ਕੋਸ਼ਿਸ਼ ਕੀਤੀ ਵੀ ਮੈਂ ਅੱਗੇ ਵਧਾਂ, ਮੈਂ ਅੱਗੇ ਆ ਕੇ ਕੰਮ ਕਰਾਂ, ਪਰ ਨਾ ਕਿਸੇ ਦੀ ਹੈਲਪ ਮਿਲੀ ਤੇ ਨਾ ਹੀ ਜੌਬ ਮਿਲੀ। ਇਹ ਕਰਦੇ ਕਰਦੇ ਹੀ ਮੇਰੇ ਹੱਥੋਂ ਪੜ੍ਹਾਈ ਵੀ ਛੁੱਟਦੀ ਗਈ, ਕਿਉਂਕਿ ਮੈਂ ਬਿਮਾਰ ਰਹਿਣ ਲੱਗੀ, ਨਾ ਉੱਠਿਆ ਜਾਂਦਾ ਸੀ। ਸਟ੍ਰੈਸ ਇੰਨਾ ਵੱਧ ਗਿਆ ਵੀ ਹੱਥ ਪੈਰ ਵੀ ਚੱਲਣੇ ਬੰਦ ਹੋ ਗਏ। ਉਹਦੇ ਚੱਕਰ ਦੇ ਵਿੱਚ ਹੀ ਪੜ੍ਹਾਈ ਵੀ ਛੁੱਟ ਗਈ ਮੇਰੀ। ਤੇ ਮੈਂ ਫੈਸਲਾ ਲਿਆ ਵੀ ਮੈਂ ਕਿਉਂ ਨਾ ਆਪਣੇ ਹਸਬੈਂਡ ਨਾਲ ਤੇ ਆਪਣੀ ਫੈਮਿਲੀ ਦੇ ਨਾਲ ਗੱਲ ਕਰਾਂ, ਸਹੁਰਾ ਫੈਮਿਲੀ ਦੇ ਨਾਲ ਗੱਲ ਕਰਾਂ ਕਿ ਮੈਂ ਵਾਪਸ ਆਉਣਾ ਆ। ਮੈਂ ਵਾਪਸ ਆ ਕੇ ਜਿੱਦਾਂ ਪਹਿਲਾਂ ਕੰਮ ਕਰਦੀ ਸੀ ਮੈਂ ਉੱਦਾਂ ਹੀ ਫਿਰ ਇੱਥੇ ਆ ਕੇ ਦੁਬਾਰਾ ਜ਼ਿੰਦਗੀ ਸਟਾਰਟ ਕਰ ਲੂੰਗੀ। ਪਰ ਉਸ ਟਾਈਮ ਤੇ ਇੱਕ ਵਾਰੀ ਤਾਂ ਨਾ ਹੀ ਮਿਲੀ। ਹਸਬੈਂਡ ਹਮੇਸ਼ਾ ਧਿਆਨ ਰੱਖਦੇ ਸੀ, ਉਹ ਬਹੁਤ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਮੈਂ ਕਨਵਿੰਸ ਕਰਾਂ ਘਰਦਿਆਂ ਨੂੰ, ਪਰ ਘਰਦਿਆਂ ਦਾ ਕਹਿਣਾ ਇਹ ਸੀ ਵੀ ਬੇਟਾ ਤੂੰ ਉੱਥੇ ਹੀ ਰਹਿ, ਲੋਕ ਤਾਨੇ ਮਾਰਦੇ ਆ, ਲੋਕ ਕਹਿਣਗੇ ਇਹਨਾਂ ਦੀ ਨੂੰਹ ਵਾਪਸ ਆ ਗਈ, 22 ਲੱਖ ਰੁਪਈਆ ਵੀ ਲੱਗਿਆ ਆ, ਪੈਸਾ ਵੀ ਵੇਸਟ ਹੋਊਗਾ, ਅਸੀਂ ਰੁਲ ਜਾਾਂਗੇ, ਕੀ ਹੋਊਗਾ। ਤੇ ਮੈਂ ਉਹਨਾਂ ਨੂੰ ਅੱਗੋਂ ਇਹੀ ਕਹਿੰਦੀ ਰਹੀ ਵੀ ਜਿੱਦਾਂ ਪਹਿਲਾਂ ਮੈਂ ਪੈਸਾ ਕਮਾ ਕੇ, ਪੈਸਾ ਇਕੱਠਾ ਕਰਕੇ, ਕੁਛ ਉਹਨਾਂ ਨੇ ਪੈਸਾ ਲਾਇਆ, ਕੁਛ ਮੈਂ ਪੈਸਾ ਲਾਇਆ, ਵੀ ਮੈਂ ਕੈਨੇਡਾ ਆ ਸਕਦੀ ਹਾਂ, ਤਾਂ ਹਿੰਮਤ ਹਲੇ ਵੀ ਬਾਕੀ ਹੈਗੀ ਆ ਵੀ ਮੈਂ ਵਾਪਸ ਆ ਕੇ ਵੀ ਜ਼ਿੰਦਗੀ ਦੁਬਾਰਾ ਸ਼ੁਰੂ ਕਰੂੰਗੀ। ਪਰ ਜਿਹੜੇ ਲੋਕ ਹੁੰਦੇ ਆ ਨਾ, ਕਹਿੰਦੇ ਹੁੰਦੇ ਆ ਨਾ ਵੀ ਆਰੀ ਨੂੰ ਇੱਕ ਪਾਸੇ ਦੰਦੇ ਤੇ ਦੁਨੀਆ ਨੂੰ ਦੋਨੋਂ ਪਾਸੇ ਦੰਦੇ ਹੁੰਦੇ ਆ। ਉਹ ਦੰਦੇ ਕਿਤੇ ਨਾ ਕਿਤੇ ਮੈਨੂੰ ਵੱਢਦੇ ਹੀ ਗਏ। ਉਹਨਾਂ ਦੰਦਿਆਂ ਨੇ ਮੈਨੂੰ ਜੀਣ ਦੀ ਹਿੰਮਤ ਨਹੀਂ ਦਿੱਤੀ। ਬਹੁਤ ਕੋਸ਼ਿਸ਼ਾਂ ਕੀਤੀਆਂ ਫਿਰ ਦੁਬਾਰਾ ਵੀ ਨਹੀਂ, ਮੈਂ ਰਹਿਣਾ ਆ ਇੱਥੇ, ਪੈਸਾ ਲੱਗਿਆ ਆ, ਫੈਮਿਲੀ ਨੂੰ ਵੀ ਔਖਾ ਹੋਊਗਾ, ਉਹ ਵੀ ਵਿਚਾਰੇ ਮੈਨੂੰ ਕੀ ਕਹਿਣਗੇ, ਜੇ ਮੈਂ ਵਾਪਸ ਗਈ ਮੈਨੂੰ ਉੱਦਾਂ ਦਾ ਪਿਆਰ ਮਿਲੂਗਾ ਕਿ ਨਹੀਂ ਮਿਲੂਗਾ। ਪਰ ਆਖਿਰਕਾਰ ਹਸਬੈਂਡ ਨੇ ਸਾਥ ਦਿੱਤਾ। ਹਸਬੈਂਡ ਨੇ ਕਿਹਾ ਵੀ ਦੁਨੀਆ ਦੀ ਪਰਵਾਹ ਨੂੰ ਛੱਡ ਕੇ ਤੂੰ ਵਾਪਸ ਆ ਜਾ, ਕੋਈ ਗੱਲ ਨਹੀਂ, ਜੋ ਕਹਿੰਦੇ ਆ ਕਹਿ ਲੈਣ ਦੇ, ਦੁਨੀਆ ਦਾ ਕੰਮ ਹੁੰਦਾ ਆ ਕਹਿਣਾ, ਤੂੰ ਵਾਪਸ ਆ, ਤੈਨੂੰ ਠੀਕ ਕਰਦੇ ਆ। ਮੈਂ ਉਹਨਾਂ ਦੀ ਹਿੰਮਤ ਦੇ ਨਾਲ ਮੈਂ ਵਾਪਸ ਵੀ ਆ ਗਈ। ਪਰ ਵਾਪਸ ਆ ਕੇ ਜਦੋਂ ਡਾਕਟਰ ਕੋਲ ਗਈ ਤਾਂ ਡਾਕਟਰ ਨੇ ਬਹੁਤ ਲੰਬਾ ਚਿੱਠਾ ਫੜਾਤਾ ਵੀ ਆਹ ਬਿਮਾਰੀਆਂ ਲੱਗ ਗਈਆਂ। ਉਹਨਾਂ ਬਿਮਾਰੀਆਂ ਨੂੰ ਠੀਕ ਹੋਣ ਦੇ ਵਿੱਚ ਵਾਪਸ ਆ ਕੇ ਵੀ 6 ਤੋਂ 7 ਮਹੀਨੇ ਲੱਗੇ। ਉਹ 6 ਤੋਂ 7 ਮਹੀਨਿਆਂ ਦੇ ਵਿੱਚ ਜੇ ਮੇਰੇ ਹਸਬੈਂਡ ਦਾ ਸਾਥ ਨਾ ਰਹਿੰਦਾ ਤਾਂ ਸ਼ਾਇਦ ਮੈਂ ਅੱਜ ਇੱਥੇ ਖੜੀ ਨਾ ਹੁੰਦੀ। ਉਹਨਾਂ ਨੇ ਰਾਤ ਨੂੰ ਮੇਰੀਆਂ ਲੱਤਾਂ ਤੱਕ ਵੀ ਦਬਾਈਆਂ ਆ। ਪਰ ਹਸਬੈਂਡ ਦਾ ਸਾਥ ਤਾਂ ਸੀ, ਲੋਕਾਂ ਦੀਆਂ ਗੱਲਾਂ ਹੁਣ ਵੀ ਹੈਗੀਆਂ ਆ। ਮੈਂ ਆਪਣੀ ਇਸ ਸਟੋਰੀ ਨੂੰ ਅੱਗੇ ਇਸ ਕਰਕੇ ਲੈ ਕੇ ਆਈ ਤਾਂ ਕਿ ਜਿਹੜੀਆਂ ਮੇਰੇ ਵਰਗੀਆਂ ਕੁੜੀਆਂ ਆ ਉੱਥੇ ਜਾਂਦੀਆਂ ਆ, ਉਹਨਾਂ ਦੇ ਨਾਲ ਵੀ ਇਹ ਚੀਜ਼ਾਂ ਹੁੰਦੀਆਂ ਹੀ ਆ। ਆਲਮੋਸਟ ਸਾਰੀਆਂ ਹੀ ਕੁੜੀਆਂ ਆ ਜਿਨ੍ਹਾਂ ਦੇ ਨਾਲ ਇਹ ਚੀਜ਼ਾਂ ਹੁੰਦੀਆਂ ਆ, ਬਹੁਤ ਘੱਟ ਕੁੜੀਆਂ ਜਿਹੜੀਆਂ ਆਰਾਮ ਨਾਲ ਰਹਿ ਸਕਣ। ਤੇ ਮੈਂ ਇਹ ਚਾਹੁੰਦੀ ਸੀ ਵੀ ਮੇਰੀ ਸਟੋਰੀ ਪਤਾ ਲੱਗੇ, ਮਾਂ ਪਿਓ ਨੂੰ ਵੀ ਪਤਾ ਲੱਗੇ, ਤਾਂ ਕਿ ਉਹ ਕੁੜੀਆਂ ਦੇ ਨਾਲ ਮੇਰੇ ਵਰਗਾ ਧੱਕਾ ਨਾ ਹੋਵੇ। ਜਿੱਦਾਂ ਮੈਨੂੰ ਲੋਕਾਂ ਨੇ ਛੱਡਿਆ ਜਾਂ ਜਿੱਦਾਂ ਮੈਨੂੰ ਤਾਨੇ ਲੋਕਾਂ ਨੇ ਮਾਰੇ, ਕਿਸੇ ਹੋਰ ਨੂੰ ਨਾ ਸੁਣਨੇ ਪੈਣ। ਮੈਂ ਇਸ ਕਰਕੇ ਸਟੋਰੀ ਨੂੰ ਅੱਗੇ ਲੈ ਕੇ ਆਈ। ਪਰ ਫਿਰ ਵੀ ਮੈਨੂੰ ਮਿਲਿਆ ਕਿ ਮੈਨੂੰ ਫਿਰ ਗੰਦੇ ਕਮੈਂਟਸ ਮਿਲੇ, ਮੈਨੂੰ ਫਿਰ ਗੱਲਾਂ ਹੀ ਸੁਣਨ ਨੂੰ ਮਿਲੀਆਂ। ਮੈਨੂੰ ਸੁਣਨ ਨੂੰ ਇਹ ਮਿਲਿਆ ਵੀ ਇਹ ਮੋਟੀ ਆ, ਇਸ ਕਰਕੇ ਇਹਦੇ ਤੋਂ ਕੰਮ ਨਹੀਂ ਹੋਇਆ, ਇਹ ਕੰਮ ਨਹੀਂ ਕਰਨਾ ਚਾਹੁੰਦੀ ਸੀ। ਜਿਹਨੇ ਇੱਥੇ ਪ੍ਰਿੰਸੈਸ ਦੀ ਜ਼ਿੰਦਗੀ ਜੀ ਹੈ ਉਹ ਕੈਨੇਡਾ ਜਾ ਕੇ ਕੀ ਕਰ ਲੂਗੀ। ਇਹਨੇ ਤਾਂ ਕਦੀ ਡੱਕਾ ਨਹੀਂ ਤੋੜਿਆ, ਇਹਨੇ ਤਾਂ ਕਦੀ ਰੋਟੀ ਨਹੀਂ ਬਣਾ ਕੇ ਦੇਖੀ,
ਇਹਨੇ ਤਾਂ ਕਦੀ ਤੁਰ ਕੇ ਨਹੀਂ ਦੇਖਿਆ ਹੋਣਾ, ਇਹ ਤਾਂ ਸਿਰਫ ਖਾਂਦੀ ਰਹਿੰਦੀ ਆ। ਤਾਂ ਖਾਣ ਵਾਲਾ ਬੰਦਾ ਆ ਜਿਹੜਾ ਉਹ ਉੱਥੇ ਜਾ ਕੇ ਕੰਮ ਕਿਵੇਂ ਕਰ ਲੂਗਾ? ਪਰ ਇਹ ਗੱਲ ਝੂਠੀ ਆ। ਖਾਣ ਦੇ ਨਾਲ ਜਾਂ ਮੋਟੇ ਹੋਣ ਦੇ ਨਾਲ ਜਾਂ ਪਤਲੇ ਹੋਣ ਦੇ ਨਾਲ ਤੁਸੀਂ ਇਹ ਨਹੀਂ ਡਿਸਾਈਡ ਕਰ ਸਕਦੇ ਵੀ ਤੁਸੀਂ ਕੰਮ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ। ਲੋਕਾਂ ਦੀਆਂ ਗੱਲਾਂ ਰੁਕਣੀਆਂ ਤਾਂ ਕੀ ਸੀ, ਹੋਰ ਜ਼ਿਆਦਾ ਵੱਧ ਗਈਆਂ। ਈਵਨ ਹਸਬੈਂਡ ਨੂੰ ਵੀ ਕਹਿਣ ਲੱਗ ਗਏ ਤੈਨੂੰ ਇਹਨੇ ਬਰਬਾਦ ਕਰ ਦਿੱਤਾ, ਤੈਨੂੰ ਇਹਨੇ, ਤੇਰੇ ਘਰਦਿਆਂ ਨੂੰ ਇਹਨੇ ਬਰਬਾਦ ਕਰ ਦਿੱਤਾ, 22 ਲੱਖ ਵੇਸਟ ਕਰ ਦਿੱਤਾ, ਇਹ ਤਾਂ ਬਿਮਾਰੀਆਂ ਦਾ ਘਰ ਬਣ ਗਈ, ਹੁਣ ਪਤਾ ਨਹੀਂ ਅੱਗੇ ਜਾ ਕੇ ਬਣਨਾ ਕੀ ਹੈ ਕੀ ਨਹੀਂ। ਮੇਰੇ ਤੇ ਡਿਪਰੈਸ਼ਨ, ਸਟ੍ਰੈਸ ਤੇ PCOD ਉਦੋਂ ਵੀ ਹਾਵੀ ਹੀ ਸੀ। ਮੈਂ ਦਵਾਈਆਂ ਲੈਂਦੀ ਸੀ ਪਰ ਦਵਾਈਆਂ ਨੇ ਵੀ ਅਸਰ ਕਰਨਾ ਬੰਦ ਕਰਤਾ। ਜਦੋਂ ਡਾਕਟਰ ਦੇ ਨਾਲ ਕੰਸਲਟ ਕੀਤਾ ਹਸਬੈਂਡ ਨੇ ਤਾਂ ਡਾਕਟਰ ਨੇ ਹਸਬੈਂਡ ਨੂੰ ਇਹੀ ਕਿਹਾ ਵੀ ਇਹਨੂੰ ਸਟ੍ਰੈਸ ਚੋਂ ਕੱਢੋ, ਜੇ ਸਟ੍ਰੈਸ ਚੋਂ ਨਿਕਲੂਗੀ ਤਾਂ ਹੀ ਇਹ ਠੀਕ ਹੋਊਗੀ, ਜੇ ਐਦਾਂ ਹੀ ਸਟ੍ਰੈਸ ਦੇ ਵਿੱਚ ਰਹੀ ਤਾਂ ਅੱਗੇ ਜਾ ਕੇ ਤੁਸੀਂ ਆਪਣਾ ਫਿਊਚਰ ਵੀ ਭੁੱਲ ਜਾਓ। ਫਿਊਚਰ ਮਤਲਬ ਕਿ ਆਪਣੀ ਬੇਬੀ ਪਲੈਨਿੰਗ ਵੀ ਭੁੱਲ ਜਾਓ, ਕਿਉਂਕਿ ਮੈਨੂੰ PCOD ਵੀ ਸੀ ਉਸ ਟਾਈਮ ਤੇ। PCOD ਦੀ ਸ਼ਿਕਾਰ ਤਾਂ ਮੈਂ ਹਲੇ ਵੀ ਹੈ, ਕਿਉਂਕਿ PCOD ਨੂੰ ਟਾਈਮ ਲੱਗਦਾ ਆ ਠੀਕ ਹੋਣ ਨੂੰ। ਪਰ ਜਿਹੜਾ ਡਿਪਰੈਸ਼ਨ ਹੈ ਉਹ ਹਸਬੈਂਡ ਦੀ ਹੈਲਪ ਦੇ ਨਾਲ, ਉਹਨਾਂ ਦੀ ਕੇਅਰ ਦੇ ਨਾਲ ਖਤਮ ਹੋਇਆ। ਉਹਨਾਂ ਨੇ ਹੀ ਕਿਹਾ ਵੀ ਲੋਕਾਂ ਦੀਆਂ ਗੱਲਾਂ ਨੂੰ ਪਿੱਛੇ ਛੱਡ ਕੇ ਜਿਹੜਾ ਤੈਨੂੰ ਜੋ ਬੋਲਦਾ ਆ ਉਹਨਾਂ ਨੂੰ ਸੁਣਨਾ ਬੰਦ ਕਰ ਦੇ, ਕਿਉਂਕਿ ਲੋਕ ਤਾਂ ਇੱਥੇ ਜਿਹੜੇ ਚੰਗੇ ਕੰਮ ਵੀ ਕਰਦੇ ਆ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਭੰਡਦੇ ਆ। ਅਸੀਂ ਤਾਂ ਫਿਰ ਕੀ ਆ, ਲੋਕ ਤਾਂ ਰੱਬ ਨੂੰ ਨਹੀਂ ਛੱਡਦੇ, ਅਸੀਂ ਤਾਂ ਫਿਰ ਇਨਸਾਨ। ਸੋ ਲੋਕਾਂ ਦੀਆਂ ਗੱਲਾਂ ਨੂੰ ਪਿੱਛੇ ਛੱਡ ਕੇ ਮੈਂ ਫਿਰ ਅੱਗੇ ਵਧਣਾ ਸ਼ੁਰੂ ਕੀਤਾ। ਤੇ ਜਦੋਂ ਮੈਂ ਠੀਕ ਹੋ ਗਈ, ਡਿਪਰੈਸ਼ਨ ਤੋਂ ਬਾਹਰ ਨਿਕਲੀ, ਮੈਂ ਇੱਥੇ ਆ ਕੇ ਕੱਪੜਿਆਂ ਦਾ ਕੰਮ ਸਟਾਰਟ ਕੀਤਾ ਜਿਹੜਾ ਬਹੁਤ ਵਧੀਆ ਚੱਲਦਾ ਪਿਆ, ਤੇ ਨਾਲ ਦੀ ਨਾਲ ਵਲੌਗਿੰਗ ਵੀ ਸਟਾਰਟ ਕੀਤੀ। ਵਲੌਗਿੰਗ ਵੀ ਬਹੁਤ ਸੋਹਣੀ ਚੱਲੀ ਜਾਂਦੀ ਆ। ਅੱਜ ਚਾਹੇ ਪੈਸੇ ਜ਼ਰੂਰ ਘੱਟ ਆ ਪਰ ਜ਼ਿੰਦਗੀ 'ਚ ਸਕੂਨ ਹੈਗਾ ਆ, ਹਸਬੈਂਡ ਦਾ ਸਾਥ ਹੈਗਾ ਆ, ਉਹੀ ਮੇਰੇ ਲਈ ਬਹੁਤ ਵੱਡੀ ਗੱਲ ਆ। ਤੇ ਆਖਿਰ ਦੇ ਵਿੱਚ ਇਹੀ ਵੀ ਜਿਹੜੇ ਲੋਕ ਕਮੈਂਟ ਕਰਦੇ ਆ, ਜਿਹੜੇ ਲੋਕ ਬੋਡੀ ਸ਼ੇਮਿੰਗ ਕਰਦੇ ਆ, ਜਾਂ ਜਿਹੜੇ ਲੋਕ ਇਹ ਕਹਿੰਦੇ ਵੀ ਇਹਦੇ ਤੋਂ ਕੰਮ ਨਹੀਂ ਹੋਣਾ ਸੀ, ਇਹ ਤਾਂ ਨਿਕੰਮੀ ਆ, ਇਹ ਤਾਂ ਇਹ ਆ, ਤਾਂ ਮੈਂ ਉਹਨਾਂ ਨੂੰ ਇਹੀ ਜਵਾਬ ਦੇਣਾ ਚਾਹੂੰਗੀ ਵੀ ਕੋਈ ਵੀ ਇਨਸਾਨ ਗਲਤ ਸੋਚ ਕੇ ਕਿਤੇ ਜਾਣ ਦਾ ਸਟੈਪ ਨਹੀਂ ਲੈਂਦਾ, ਜਾਂ ਗਲਤ ਸੋਚ ਕੇ ਕਿਤੇ ਅੱਗੇ ਆਉਣ ਦਾ ਸਟੈਪ ਨਹੀਂ ਲੈਂਦਾ। ਹਰ ਇੱਕ ਬੰਦਾ ਆਪਣੇ ਲਈ ਚੰਗਾ ਹੀ ਕਰਦਾ ਹੁੰਦਾ। ਕੁਝ ਲੋਕ ਮਿਲ ਜਾਂਦੇ ਆ, ਕੁਝ ਕਿਸਮਤ ਇੱਦਾਂ ਦੀ ਹੁੰਦੀ ਆ ਕਈ ਵਾਰੀ ਵੀ ਤੁਹਾਨੂੰ ਹਮੇਸ਼ਾ ਧੱਕੇ ਮਿਲਦੇ ਆ, ਪਰ ਉਹਨਾਂ ਧੱਕਿਆਂ ਤੋਂ ਉੱਠ ਕੇ ਵੀ ਇੰਡੀਆ ਦੇ ਵਿੱਚ ਆ ਕੇ ਵੀ ਤੁਸੀਂ ਬਹੁਤ ਕੰਮ ਕਰ ਸਕਦੇ ਹੋ। ਲੋਕਾਂ ਦਾ ਹੀ ਕਹਿਣਾ ਹੈ ਨਾ ਵੀ ਜਿਹਨੇ ਕੰਮ ਕਰਨਾ ਹੁੰਦਾ ਉਹ ਕਿਤੇ ਵੀ ਕਰ ਸਕਦਾ। ਇਹ ਗੱਲ ਸੱਚੀ ਵੀ ਆ। ਜਿਹਨੇ ਫਿਰ ਜੇ ਸਹੀ ਰਹੂਗਾ, ਉਹ ਹੈਲਥ ਵਾਈਜ਼ ਬਿਲਕੁਲ ਠੀਕ ਰਹੂਗਾ, ਤਾਂ ਉਹ ਇੰਡੀਆ ਦੇ ਵਿੱਚ ਵੀ ਬਹੁਤ ਸਕਸੈਸ ਪਾ ਸਕਦਾ ਆ। ਸੋ ਮੈਂ ਤਾਂ ਇਹੀ ਕਹੂੰਗੀ ਵੀ ਜੇ ਤੁਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜ ਵੀ ਰਹੇ ਹੋ ਤਾਂ ਸੋਚ ਸਮਝ ਕੇ ਭੇਜਿਓ, ਨਹੀਂ ਤਾਂ ਜ਼ਿੰਦਗੀ ਇੱਥੇ ਹੀ ਬਹੁਤ ਵਧੀਆ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।